गुड मॉर्निंग स्टूडेंट्स। अज आप जोड़ा चैप्टर शुरू करना आ उस चैप्टर नंबर 9। चैप्टर का नाम है रुखा राही प्रकृति दर्शन। प्रकृति का मतलब कुदरत, प्रकृति कुदरत, दर्शन मतलब दीदार करने, किसी चीज़ नूं देखना। हुण चैप्टर का जिहड़ा आ टाइटल का की मतलब है कि रुखां दे राही कुदरत दे दर्शन करना, कुदरत नूं देखना। सो चैप्टर शुरू करन तो पहला जिहड़ा आ वो ये जानना जरूरी आ कि इस चीज़ तो की भाव आ कि रुखां राही प्रकृति दर्शन तो की भाव जिहड़ा लेखक ने लिया आ। हुण जिहड़ा आ सानूं इस चीज़ का पता आ कि जिहड़े रुख आ हरे भरे रुख जिहड़े आ वो कुदरत नूं सिरजदे आ, कुदरत दा निर्माण करदे आ। हुण आपां कहने ना कि जिस तरह जिहड़ी आ रुखां दी कटाई लगातार वधदी जा रही आ, रुख कट्टे जा रहे आ, जंगल नष्ट हुंदे जा रहे आ, ਉਹਦੇ ਨਾਲ ਕੁਦਰਤ ਨਸ਼ਟ ਹੁੰਦੀ ਜਾ ਰਹੀ ਆ। ਹੁਣ ਜਦੋਂ ਆਪਾਂ ਕਹਿੰਦੇ ਆ ਕਿ ਪਹਾੜਾਂ ਦੇ ਉੱਪਰ ਆਪਾਂ ਜਾਂਦੇ ਆ ਤਾਂ ਉੱਥੇ ਸਾਨੂੰ ਕੁਦਰਤ ਦੇ ਦਰਸ਼ਨ ਹੁੰਦੇ, ਸਾਨੂੰ ਨੇਚਰ ਦੇਖਣ ਨੂੰ ਮਿਲਦੀ ਆ, ਨੇਚਰ ਜਿਹੜੇ ਆ ਉਹਦੇ ਦਰਸ਼ਨ ਹੁੰਦੇ ਆ। ਪਰ ਜੋ ਸ਼ਹਿਰਾਂ ਦੇ ਹਾਲਾਤ ਆ, ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਜਿਹੜੇ ਆ ਰੁੱਖਾਂ ਦੀ ਕਟਾਈ ਹੋ ਰਹੀ ਆ, ਉਹਦੇ ਨਾਲ ਸਾਡੀ ਕੁਦਰਤ ਜਿਹੜੀ ਆ ਉਹ ਨਸ਼ਟ ਹੁੰਦੀ ਜਾ ਰਹੀ ਆ। ਪਰ ਇਸ ਚੈਪਟਰ ਦੇ ਵਿੱਚ ਜਿਹੜਾ ਲੇਖਕ ਆ ਉਹ ਸਾਨੂੰ ਇਹ ਸਮਝਾਉਣਾ ਚਾਹ ਰਿਹਾ ਆ ਕਿ ਜਿਹੜੇ ਰੁੱਖ ਆ ਉਹ ਪ੍ਰਕਿਰਤੀ ਨੂੰ ਸਿਰਜਦੇ ਆ, ਪ੍ਰਕਿਰਤੀ ਨੂੰ ਬਣਾਉਂਦੇ ਆ, ਔਰ ਹਰ ਰੁੱਖ ਜਿਹੜਾ ਆ ਉਹਦੀ ਅਲੱਗ ਮਹੱਤਤਾ ਆ। ਕੋਈ ਰੁੱਖ ਜਿਹੜਾ ਆ ਆਪਣੇ ਲੱਕੜ ਕਰਕੇ ਸਲਾਇਆ ਜਾਂਦਾ ਆ, ਕੋਈ ਰੁੱਖ ਜਿਹੜਾ ਆ ਆਪਣੇ ਫੁੱਲਾਂ ਕਰਕੇ, ਕੋਈ ਰੁੱਖ ਜਿਹੜਾ ਆ ਆਪਣੇ ਫਲਾਂ ਕਰਕੇ ਸਲਾਇਆ ਜਾਂਦਾ ਆ, ਕੋਈ ਰੁੱਖ ਜਿਹੜਾ ਆ ਆਪਣੀ ਸੰਘਣੀ ਛਾਂ ਕਰਕੇ। ਸੋ ਹਰ ਰੁੱਖ ਜਿਹੜਾ ਆ ਉਹਦੀ ਅਲੱਗ ਹੀ ਮਹੱਤਤਾ ਆ। ਸੋ ਇਸ ਪਾਠ ਦੇ ਵਿੱਚ ਜਿਹੜਾ ਆ ਇਹ ਸਾਨੂੰ ਪੜ੍ਹਨ ਨੂੰ ਮਿਲਣਾ ਆ ਕਿ ਅਲੱਗ-ਅਲੱਗ ਰੁੱਖ ਜਿਹੜੇ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਰੱਖਦੇ ਆ, ਕੀ ਭੂਮਿਕਾ ਨਿਭਾਉਂਦੇ ਆ, ਜਾਂ ਰੁੱਖ ਜਿਹੜੇ ਆ ਉਹਨਾਂ ਰਾਹੀਂ ਅਸੀਂ ਕੁਦਰਤ ਦੇ ਕਿਵੇਂ ਦਰਸ਼ਨ ਕਰ ਸਕਦੇ ਆ, ਉਸ ਚੀਜ਼ ਦੀ ਜਾਣਕਾਰੀ ਜਿਹੜੀ ਆ ਇਸ ਪਾਠ 'ਚੋਂ ਤੁਹਾਨੂੰ ਮਿਲੇਗੀ। ਸੋ ਪਹਿਲਾਂ ਇਹਦੀ ਹੈਡਿੰਗ ਦੇ ਜਿਹੜੀ ਆ ਉਹ ਪੜ੍ਹਦੇ ਆ ਕਿ ਮੇਨ ਕੀ ਮਕਸਦ ਲਿਆ ਗਿਆ ਆ। ਇਸ ਪਾਠ ਵਿੱਚ ਲੇਖਕ ਨੇ ਬਸੰਤ ਰੁੱਤ ਵਿੱਚ ਰੁੱਖਾਂ ਰਾਹੀਂ ਜੋ ਪ੍ਰਕਿਰਤੀ ਦੇ ਦਰਸ਼ਨ ਹੁੰਦੇ ਹਨ। ਹੁਣ ਬਸੰਤ ਰੁੱਤ ਤੁਹਾਨੂੰ ਵੀ ਪਤਾ ਆ ਕਿ ਸਾਲ ਦੇ ਵਿੱਚ ਜਿਹੜੀਆਂ ਆ ਉਹ ਅਲੱਗ-ਅਲੱਗ ਰੁੱਤਾਂ ਆਉਂਦੀਆਂ ਆ। ਕਦੀ ਗਰਮੀ ਦੀ ਆਉਂਦੀ ਆ, ਕਦੀ ਸਰਦੀ ਦੀ ਆਉਂਦੀ ਆ, ਕਦੀ ਪਤਝੜ ਆਉਂਦੀ ਆ, ਕਦੀ ਵਰਖਾ ਰੁੱਤ ਆਉਂਦੀ ਆ, ਔਰ ਕਦੀ ਬਸੰਤ ਬਹਾਰ ਦੀ ਰੁੱਤ ਆਉਂਦੀ ਆ। ਹੁਣ ਜਦੋਂ ਬਹੁਤ ਜ਼ਿਆਦਾ ਸਰਦੀ ਪੈਂਦੀ ਹੈ, ਲਗਾਤਾਰ ਜਿਹੜੇ ਆ ਜਦੋਂ ਜਨਵਰੀ ਫਰਵਰੀ ਦੇ ਮਹੀਨੇ ਹੁੰਦੇ ਆ, ਬਹੁਤ ਜ਼ਿਆਦਾ ਸਰਦੀ ਹੋਣ ਦੇ ਨਾਲ ਰੁੱਖ ਜਿਹੜੇ ਆ ਨਾ ਉਹਨਾਂ ਦੇ ਸਾਰੇ ਪੱਤੇ ਪੀਲੇ ਪੈ ਕੇ ਝੜ ਜਾਂਦੇ ਆ। ਔਰ ਉਸ ਤੋਂ ਬਾਅਦ ਜਿਹੜੀ ਹੈ ਨਾ ਜਦੋਂ ਹੌਲੀ-ਹੌਲੀ ਰੁੱਤ ਬਦਲਦੀ ਹੈ, ਮੌਸਮ ਜਿਹੜਾ ਆ ਉਹ ਬਦਲਣਾ ਸ਼ੁਰੂ ਹੁੰਦਾ ਹੈ ਨਾ, ਤਾਂ ਉਸ ਸਮੇਂ ਜਿਹੜੀ ਰੁੱਤ ਸ਼ੁਰੂ ਹੁੰਦੀ ਹੈ ਨਾ ਉਹਨੂੰ ਕਹਿੰਦੇ ਆ ਬਸੰਤ ਦੀ ਰੁੱਤ। ਔਰ ਉਸ ਰੁੱਤ ਦੇ ਵਿੱਚ ਜਿਹੜਾ ਹੈ ਨਾ ਹਰ ਰੁੱਖ ਜਿਹੜਾ ਆ ਉਹਦੇ ਕਹਿ ਲਓ ਕਿ ਚੇਂਜ ਆਉਂਦੀ ਆ ਹਰ ਰੁੱਖ ਦੇ ਵਿੱਚ। ਕਿਉਂਕਿ ਉਦੋਂ ਹਰ ਰੁੱਖ ਦੇ ਜਿਹੜੇ ਆ ਪੁਰਾਣੇ ਪੱਤੇ ਝੜ ਜਾਂਦੇ ਆ ਔਰ ਨਵੇਂ ਪੱਤੇ ਜਿਹੜੇ ਆ ਉਹ ਹਰ ਰੁੱਖ ਦੇ ਉੱਪਰ ਆਉਂਦੇ ਆ। ਔਰ ਉਸ ਸਮੇਂ ਇਹ ਕਹਿ ਲਓ ਕਿ ਹਰ ਰੁੱਖ ਜਿਹੜਾ ਆ ਇੱਕ ਨਵਾਂ ਰੂਪ ਧਾਰਨ ਕਰਦਾ ਆ। ਔਰ ਉਸ ਸਮੇਂ ਜੋ ਰੁੱਖ ਨਵਾਂ ਰੂਪ ਧਾਰਨ ਕਰਦੇ ਆ ਔਰ ਉਸ ਰਾਹੀਂ ਜੋ ਸਾਨੂੰ ਕੁਦਰਤ ਦੇ ਦਰਸ਼ਨ ਹੁੰਦੇ ਆ ਨਾ, ਉਸ ਚੀਜ਼ ਦਾ ਬਿਆਨ ਤੁਹਾਨੂੰ ਇਸ ਪਾਠ ਦੇ ਵਿੱਚ ਕੀਤਾ ਗਿਆ ਆ। ਇਸ ਰੁੱਤ ਨੂੰ ਇਸ ਕਰਕੇ ਬਹਾਰ ਦੀ ਰੁੱਤ ਕਿਹਾ ਜਾਂਦਾ ਹੈ। ਇਸ ਰੁੱਤ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਆ। ਹੁਣ ਕਹਿੰਦੇ ਕਿ ਇਸੇ ਕਰਕੇ ਇਸ ਰੁੱਤ ਨੂੰ ਬਹਾਰ ਦੀ ਰੁੱਤ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਮੌਸਮ ਆ ਸੁਹਾਵਣਾ ਹੋ ਜਾਂਦਾ, ਨਾ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਔਰ ਨਾ ਹੀ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ। ਇਸ ਕਰਕੇ ਜਿਹੜੀ ਹੈ ਇਹਦੇ ਵਿੱਚ ਜਿਹੜਾ ਆ ਬਹਾਰ ਦਾ ਮੌਸਮ ਆਖਿਆ ਜਾਂਦਾ ਆ। ਔਰ ਕਹਿੰਦੇ ਕਿ ਇਸ ਰੁੱਤ ਦਾ ਜਿਹੜਾ ਜ਼ਿਕਰ ਹੈ ਉਹ ਸਿਰਫ ਆਮ ਸ਼ਬਦਾਂ ਦੇ ਵਿੱਚ ਹੀ ਨਹੀਂ, ਸਗੋਂ ਗੁਰਬਾਣੀ ਮਤਲਬ ਗੁਰੂ ਸਾਹਿਬਾਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਆ ਕਿ ਬਹਾਰ ਦੇ ਮੌਸਮ ਦੇ ਵਿੱਚ ਜੋ ਰੁੱਖਾਂ ਦੀ ਪੁਨਰ ਸੁਰਜੀਤੀ ਹੁੰਦੀ ਆ, ਮਤਲਬ ਜੋ ਰੁੱਖਾਂ ਦਾ ਰੂਪ ਬਦਲਦਾ ਆ, ਉਸ ਚੀਜ਼ ਦਾ ਬਿਆਨ ਸਾਨੂੰ ਮਿਲਦਾ ਆ। परिवर्तन के नियमां अनुसार पंजाब विच चेतर मतलब चेत का महीना हुंदा है, देसी महीने का नाम है। चेतर के महीने वन त्रिन मौलन की रुत आती है। परिवर्तन के नियम मतलब की है कि परिवर्तन जिहड़ा है ना वो कुदरत का नियम है। की मतलब है कि कदे भी मौसम इक्को जिहा नहीं रहिंदा। जे तुसीं ये कहो कि साल के 12 महीने सर्दी रहेगी तो ये संभव नहीं।
ਜੇ ਤੁਸੀਂ ਇਹ ਕਹੋ ਕਿ ਹਮੇਸ਼ਾ ਗਰਮੀ ਰਹੇਗੀ ਤਾਂ ਇਹ ਵੀ ਸੰਭਵ ਨਹੀਂ। ਕਹਿਣ ਤੋਂ ਭਾਵ ਕੀ ਹੈ ਕਿ ਪਰਿਵਰਤਨ ਜਿਹੜਾ ਹੈ ਉਹ ਕੁਦਰਤ ਦਾ ਨਿਯਮ ਹੈ। ਮਤਲਬ ਕਿ ਜਿਹੜਾ ਆ ਅਲੱਗ-ਅਲੱਗ ਮੌਸਮ ਜਿਹੜੇ ਆ ਉਹ ਸਾਲ ਦੇ ਵਿੱਚ ਆ ਕੇ ਦਸਤਕ ਦਿੰਦੇ ਆ ਔਰ ਵਾਰੋ ਵਾਰੀ ਜਿਹੜੀ ਆ ਆਪਣੀ ਭੂਮਿਕਾ ਨਿਭਾਉਂਦੇ ਆ। ਸੋ ਇਸ ਪਰਿਵਰਤਨ ਦੇ ਨਿਯਮਾਂ ਦੇ ਅਨੁਸਾਰ ਜੇਕਰ ਅਸੀਂ ਦੇਖੀਏ ਤਾਂ ਜਿਹੜਾ ਚੇਤਰ ਦਾ ਮਹੀਨਾ ਹੁੰਦਾ, ਭਾਵ ਚੇਤ ਦਾ ਮਹੀਨਾ ਹੁੰਦਾ ਦੇਸੀ, ਉਹਦੇ ਵਿੱਚ ਵਨ ਤ੍ਰਿਣ ਮੌਲਣ ਦੀ ਰੁੱਤ। ਵਨ ਮਤਲਬ ਰੁੱਖ, ਤ੍ਰਿਣ ਹੁੰਦੇ ਆ ਜਿਹੜੇ ਛੋਟੇ ਛੋਟੇ ਜਿਹੜੇ ਆ ਰੁੱਖਾਂ ਦੇ ਤਿਣਕੇ ਹੁੰਦੇ। ਮੌਲਣ ਦਾ ਮਤਲਬ ਹੁੰਦਾ ਹੈ ਚੇਂਜ ਹੋ ਜਾਣਾ, ਬਦਲ ਜਾਣਾ। ਕਹਿਣ ਤੋਂ ਕੀ ਭਾਵ ਆ ਕਿ ਇਸ ਰੁੱਤ ਦੇ ਵਿੱਚ ਹਰ ਰੁੱਖ ਦੇ ਜਿਹੜੇ ਆ ਤਿਣਕੇ ਮਤਲਬ ਪੱਤੇ ਜਿਹੜੇ ਆ ਉਹ ਬਦਲ ਜਾਂਦੇ ਆ, ਪਰਿਵਰਤਨ ਹੋ ਜਾਂਦੇ। ਕਹਿਣ ਤੋਂ ਕੀ ਭਾਵ ਹੈ ਕਿ ਰੁੱਖਾਂ ਦੇ ਉੱਪਰ ਕੀ ਆ ਜਾਂਦੀ ਹੈ, ਬਹਾਰ ਆ ਜਾਂਦੀ ਆ। ਹੁਣ ਜਦੋਂ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਨਾ ਤਾਂ ਉਹਦੇ ਵਿੱਚ ਜਿਹੜੇ ਪੱਤੇ ਆ ਮੁਰਝਾ ਜਾਂਦੇ ਆ। ਸੂਰਜ ਦੀ ਜਿਹੜੀ ਆ ਉਹ ਧੁੱਪ ਜਦੋਂ ਨਹੀਂ ਮਿਲਦੀ ਰੁੱਖਾਂ ਨੂੰ ਤਾਂ ਉਹਦੇ ਵਿੱਚ ਉਹ ਮੁਰਝਾ ਜਾਂਦੇ। ਪਰ ਜਿੱਦਾਂ ਹੀ ਮੌਸਮ ਬਦਲਣਾ ਸ਼ੁਰੂ ਹੁੰਦਾ ਆ ਤਾਂ ਉਹਦੇ ਵਿੱਚ ਰੁੱਖਾਂ ਦੇ ਉੱਪਰ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ। ਕਹਿਰਾਂ ਦੀ ਸਰਦੀ ਤੋਂ ਬਾਅਦ ਸਾਰੀ ਕਾਇਨਾਤ ਜੋਬਨ ਮਤਲਬ ਹੁੰਦਾ ਜਵਾਨ, ਜੋਬਨ ਦੀ ਅੰਗੜਾਈ ਲੈਂਦੀ ਹੈ। ਕਹਿਣ ਤੋਂ ਕੀ ਭਾਵ ਕਿ ਕਹਿਰਾਂ ਦੀ ਸਰਦੀ ਜਦੋਂ ਜਨਵਰੀ ਔਰ ਫਰਵਰੀ ਦੇ ਮਹੀਨੇ ਹੁੰਦੇ ਆ, ਅੱਤ ਦੀ ਠੰਡ ਹੁੰਦੀ ਆ, ਬਹੁਤ ਜ਼ਿਆਦਾ ਸਰਦੀ ਹੋਣ ਕਰਕੇ ਸਾਰੀ ਜਿਹੜੀ ਕਾਇਨਾਤ ਹੈ ਨਾ ਉਹ ਮੁਰਝਾ ਜਾਂਦੀ, ਕੁਦਰਤ ਜਿਹੜੀ ਆ ਮੁਰਝਾ ਜਾਂਦੀ ਆ। ਪਰ ਜਿੱਦਾਂ ਹੀ ਮੌਸਮ ਬਦਲਦਾ ਆ, ਠੰਡ ਥੋੜ੍ਹੀ ਘਟਦੀ ਹੈ ਨਾ, ਤਾਂ ਉਸ ਸਮੇਂ ਜਿਹੜੀ ਕੁਦਰਤ ਹੈ ਨਾ ਉਹ ਜਵਾਨ ਹੋਣੀ ਸ਼ੁਰੂ ਹੋ ਜਾਂਦੀ, ਭਾਵ ਆਪਣਾ ਰੂਪ ਬਦਲਣਾ ਸ਼ੁਰੂ ਕਰ ਦਿੰਦੀ ਹੈ। ਧਰਤੀ ਸੁਹਾਵਾ ਵੇਸ ਪਹਿਨਦੀ ਹੈ ਔਰ ਧਰਤੀ ਜਿਹੜੀ ਹੈ ਸੁਹਾਵਾ ਵੇਸ ਮਤਲਬ ਸੋਹਣੇ ਕੱਪੜੇ, ਵੇਸ ਕਹਿੰਦੇ ਆ ਕੱਪੜੇ ਨੂੰ, ਸੋਹਣੇ ਵੇਸ ਪਹਿਨਦੀ ਹੈ ਮਤਲਬ ਸੋਹਣਾ ਰੂਪ ਧਾਰਨ ਕਰ ਲੈਂਦੀ ਹੈ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਬਹੁਤ ਜ਼ਿਆਦਾ ਸਰਦੀ ਹੋਵੇ, ਸਾਰਾ ਕੁਝ ਮੁਰਝਾ ਜਾਵੇ ਤਾਂ ਆਸੇ ਪਾਸੇ ਜਿਹੜਾ ਹੈ ਨਾ ਕੁਛ ਵੀ ਸੋਹਣਾ ਨਹੀਂ ਲੱਗਦਾ, ਕੁਛ ਵੀ ਜਿਹੜਾ ਹੈ ਕੁਦਰਤ ਵਿੱਚ ਵੇਖਣ ਨੂੰ ਨਹੀਂ ਮਿਲਦਾ। ਪਰ ਜਿੱਦਾਂ ਹੀ ਨਵੇਂ ਪੱਤੇ ਆਉਣੇ ਸ਼ੁਰੂ ਹੁੰਦੇ ਆ ਜਾਂ ਕਹਿ ਲਓ ਨਵੇਂ ਫੁੱਲ ਖਿੜਨੇ ਸ਼ੁਰੂ ਹੁੰਦੇ ਆ ਨਾ, ਧਰਤੀ ਜਿਹੜੀ ਆ ਹਰੀ ਭਰੀ ਹੋਣੀ ਸ਼ੁਰੂ ਹੋ ਜਾਂਦੀ ਆ, ਤਾਂ ਉਸ ਸਮੇਂ ਇੱਦਾਂ ਲੱਗਦਾ ਆ ਕਿ ਧਰਤੀ ਨੇ ਬਹੁਤ ਹੀ ਸੁੰਦਰ ਪਹਿਰਾਵਾ ਪਹਿਨਿਆ ਹੋਇਆ ਆ। ਕੋਸੀ ਕੋਸੀ ਧੁੱਪ ਦਾ ਨਿੱਘ, ਕੋਸੀ ਕੋਸੀ ਮਤਲਬ ਨਿੱਘੀ ਨਿੱਘੀ, ਬਹੁਤ ਜ਼ਿਆਦਾ ਤੇਜ਼ ਧੁੱਪ ਨਹੀਂ ਹੁੰਦੀ, ਹਲਕੀ ਹੁੰਦੀ ਹੈ, ਚੰਗੀ ਲੱਗਦੀ ਹੈ। ਨਿੱਘੀ ਨਿੱਘੀ ਧੁੱਪ ਦਾ, ਕੋਸੀ ਕੋਸੀ ਧੁੱਪ ਦਾ ਨਿੱਘ ਹਰ ਕਿਸੇ ਨੂੰ ਸਹਿਲਾਉਂਦਾ ਹੈ। ਸਹਿਲਾਉਂਦਾ ਹੈ ਮਤਲਬ ਚੰਗਾ ਲੱਗਦਾ ਆ। ਹੁਣ ਜਿਹੜੀ ਜਦੋਂ ਜਨਵਰੀ ਫਰਵਰੀ 'ਚ ਹੁੰਦੀ ਆ ਨਾ ਤਾਂ ਉਦੋਂ ਧੁੱਪਾਂ ਨਹੀਂ ਲੱਗਦੀਆਂ ਹੈਗੀਆਂ, ਆਮ ਕਰਕੇ ਧੁੰਦ ਅਤੇ ਕੋਰੇ ਦੇ ਵਿੱਚ ਜਿਹੜਾ ਸੂਰਜ ਛੁਪਿਆ ਰਹਿੰਦਾ ਆ। ਪਰ ਜਦੋਂ ਮੌਸਮ ਬਦਲਦਾ ਆ ਤਾਂ ਉਸ ਸਮੇਂ ਜਿਹੜਾ ਹੈ ਧੁੱਪ ਜਿਹੜੀ ਆ ਥੋੜ੍ਹੀ ਨਿੱਘੀ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਜਿਹੜੀ ਧੁੱਪ ਆ ਸਾਰਿਆਂ ਨੂੰ ਹੀ ਚੰਗੀ ਲੱਗਦੀ ਆ। ਹੁਸਨ ਖਿੜਦਾ ਹੈ। ਹੁਸਨ ਕੀ ਹੁੰਦਾ ਆ, ਸੁੰਦਰਤਾ, ਕਿ ਹਰ ਪਾਸੇ ਜਿਹੜਾ ਆ ਆਲਾ ਦੁਆਲਾ ਕੀ ਹੋ ਜਾਂਦਾ ਆ, ਸੁੰਦਰ ਹੋ ਜਾਂਦਾ, ਸੋਹਣਾ ਹੋ ਜਾਂਦਾ ਹੈ, ਪ੍ਰਕਿਰਤੀ ਨੂੰ ਰੂਪ ਚੜ੍ਹਦਾ ਆ। ਹੁਣ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਦੋਂ ਬੱਚਾ ਜਿਹੜਾ ਆ ਹੌਲੀ ਹੌਲੀ ਜਵਾਨ ਹੋਣਾ ਸ਼ੁਰੂ ਹੁੰਦਾ ਹੈ ਨਾ, ਤਾਂ ਉਹਨੂੰ ਹੌਲੀ ਹੌਲੀ ਕਹਿੰਦੇ ਨਾ ਕਿ ਜਵਾਨੀ ਦੇ ਵਿੱਚ ਰੂਪ ਚੜ੍ਹਦਾ ਆ, ਹੋਰ ਸੋਹਣਾ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜੀ ਪ੍ਰਕਿਰਤੀ ਹੈ ਨਾ ਉਹ ਵੀ ਬਿਲਕੁਲ ਜਦੋਂ ਆਪਣਾ ਰੂਪ ਬਦਲਦੀ ਹੈ ਨਾ ਤਾਂ ਉਹਦੇ ਉੱਪਰ ਵੀ ਜਿਹੜੀ ਆ ਸੁੰਦਰਤਾ ਛਾਣੀ ਸ਼ੁਰੂ ਹੋ ਜਾਂਦੀ, ਉਹਨੂੰ ਰੂਪ ਚੜ੍ਹਨਾ ਸ਼ੁਰੂ ਹੋ ਜਾਂਦਾ ਆ, ਮਨ ਮੋਇਆ ਜਾਂਦਾ ਆ। ਔਰ ਇਸ ਸੁੰਦਰ ਨਜ਼ਾਰੇ ਨੂੰ ਦੇਖ ਕੇ ਜਿਹੜਾ ਮਨੁੱਖ ਦਾ ਮਨ ਉਹਦੇ ਵੱਲ ਖਿੱਚਿਆ ਜਾਂਦਾ ਆ। ਹੁਣ ਫਸਟ ਪੈਰੇ ਦੇ ਵਿੱਚ ਜਿਹੜਾ ਆ ਉਹ ਬਸੰਤ ਬਹਾਰ ਦੀ ਰੁੱਤ ਦੇ ਵਿੱਚ ਕਿਵੇਂ ਕੁਦਰਤ ਆਪਣਾ ਰੂਪ ਬਦਲਦੀ ਹੈ, ਰੁੱਖਾਂ ਦੇ ਉੱਪਰ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ, ਹੌਲੀ ਹੌਲੀ ਜਿਹੜੀ ਕਾਇਨਾਤ ਹੈ ਉਹ ਜਵਾਨ ਹੁੰਦੀ ਹੈ, ਧਰਤੀ ਜਿਹੜੀ ਹੈ ਉਹ ਸੋਹਣਾ ਪਹਿਰਾਵਾ ਪਾ ਲੈਂਦੀ ਹੈ ਔਰ ਕੋਸੀ ਕੋਸੀ ਧੁੱਪ ਕਰਕੇ ਜਿਹੜਾ ਆ ਉਹ ਕੁਦਰਤ ਜਵਾਨ ਹੁੰਦੀ, ਉਹਦੀ ਜਿਹੜੀ ਸੁੰਦਰਤਾ ਆ ਸਾਰਿਆਂ ਦੇ ਮਨ ਨੂੰ ਹੀ ਮੋਹ ਲੈਂਦੀ ਆ, ਭਾਵ ਇਹ ਨਜ਼ਾਰਾ ਜਿਹੜਾ ਆ ਸਾਰਿਆਂ ਨੂੰ ਹੀ ਬਹੁਤ ਸੋਹਣਾ ਲੱਗਦਾ ਆ। ਇਸ ਰੁੱਤ ਨੂੰ ਬਹਾਰ ਦੀ ਰੁੱਤ ਨਾਲ ਯਾਦ ਕੀਤਾ ਜਾਂਦਾ ਆ। ਉਂਝ ਕਰੁੰਬਲਾਂ ਦੀ ਰੁੱਤ ਕਹਿਣਾ ਵੀ ਗਲਤ ਨਹੀਂ, ਕਹਿੰਦੇ ਕਿ ਜਿਹੜੀ ਬਹਾਰ ਦੀ ਰੁੱਤ ਹੈ ਨਾ ਉਹਨੂੰ ਕਰੁੰਬਲਾਂ ਕਹਿੰਦੇ ਆ। ਕਰੁੰਬਲਾਂ ਹੁੰਦੀਆਂ ਆ ਨਵੀਆਂ ਪੱਤੀਆਂ ਫੁੱਟਣੀਆਂ, ਜਦੋਂ ਨਾ ਕਿਸੇ ਵੀ ਰੁੱਖ ਨੂੰ ਨਵੇਂ ਜਿਹੜੇ ਆ ਪੱਤੇ ਲੱਗਦੇ ਆ ਜਾਂ ਨਵੇਂ ਫੁੱਲ ਹੁੰਦੇ ਆ ਨਾ ਤਾਂ ਪਹਿਲਾਂ ਉਹ ਫੋਲਡ ਹੀ ਹੁੰਦੇ ਆ, ਉਹਨੂੰ ਕਹਿੰਦੇ ਕਰੁੰਬਲਾਂ ਲੱਗਦੀਆਂ ਨਵੀਆਂ, ਬਿਲਕੁਲ ਮੁਲਾਇਮ ਜਿਹੜੇ ਆ ਨਾ ਫੋਲਡ ਜਿਹੜੇ ਆ ਮੁੜੇ ਹੋਏ ਪੱਤੇ ਜਾਂ ਫੁੱਲ ਹੁੰਦੇ ਆ ਉਹਨਾਂ ਨੂੰ ਕਰੁੰਬਲਾਂ ਕਹਿੰਦੇ ਆ। ਕਰੁੰਬਲਾਂ ਦੀ ਰੁੱਤ ਕਹਿਣਾ ਵੀ ਗਲਤ ਨਹੀਂ ਹੋਵੇਗਾ, ਕਹਿੰਦੇ ਕਿ ਇਸ ਰੁੱਤ ਦੇ ਵਿੱਚ ਜਿਹੜੀਆਂ ਹੈ ਨਾ ਕਰੁੰਬਲਾਂ ਫੁੱਟਣੀਆਂ ਸ਼ੁਰੂ ਹੁੰਦੀਆਂ, ਭਾਵ ਨਵੇਂ ਪੱਤੇ ਜਿਹੜੇ ਆ ਰੁੱਖਾਂ ਦੇ ਉੱਪਰ ਆਉਣੇ ਸ਼ੁਰੂ ਹੁੰਦੇ ਆ। ਇਸ ਰੁੱਤ ਹਰ ਬੂਟੇ ਤੇ ਬਿਰਖ ਨੂੰ ਕਰੁੰਬਲਾਂ ਫੁੱਟਦੀਆਂ ਆ। ਕਹਿੰਦੇ ਕਿ ਇਸ ਰੁੱਤ ਬਹਾਰ ਦੀ ਰੁੱਤ ਦੇ ਵਿੱਚ ਜਿਹੜਾ ਮਰਜ਼ੀ ਰੁੱਖ ਲੈ ਲਓ, ਜਿਹੜਾ ਮਰਜ਼ੀ ਬੂਟਾ ਲੈ ਲਓ, ਹਰ ਬੂਟੇ ਦੇ ਉੱਪਰ ਜਿਹੜੀਆਂ ਆ ਉਹ ਕਰੁੰਬਲਾਂ ਫੁੱਟਦੀਆਂ, ਭਾਵ ਨਵੇਂ ਪੱਤੇ
ਆਉਂਦੇ ਆ ਤੇ ਨਵਾਂ ਰੂਪ ਚੜ੍ਹਦਾ ਹੈ, ਮਤਲਬ ਰੁੱਖ ਦਾ ਰੂਪ ਜਿਹੜਾ ਆ ਉਹ ਬਦਲ ਜਾਂਦਾ ਆ, ਪੀਲੇ ਪੱਤੇ ਝੜ ਜਾਂਦੇ ਆ ਤੇ ਨਵੇਂ ਹਰੇ ਪੱਤੇ ਆਉਣੇ ਸ਼ੁਰੂ ਹੋ ਜਾਂਦੇ ਆ। ਖੇੜਾ ਆਉਂਦਾ ਹੈ, ਖੇੜਾ ਮਤਲਬ ਖੁਸ਼ੀ। ਹੁਣ ਹਰ ਦੇ ਮਨ ਦੇ ਵਿੱਚ ਹੀ ਖੁਸ਼ੀ ਛਾ ਜਾਂਦੀ ਹੈ। ਕਿਉਂਕਿ ਆਮ ਕਰਕੇ ਨਾ ਜਿਹੜਾ ਆ ਇਸ ਤੋਂ ਪਹਿਲਾਂ ਸਰਦੀ ਦਾ ਮੌਸਮ ਜਿਹੜਾ ਹੁੰਦਾ ਹੈ ਉਦਾਸੀ ਜਿਹਦਾ ਮੌਸਮ ਮੰਨਿਆ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਜਿਹੜੀ ਹੈ ਨਾ ਕੁਦਰਤ ਆਪਣੇ ਸੋਹਣੇ ਦਰਸ਼ਨ ਨਹੀਂ ਕਰਾਉਂਦੀ ਹੈਗੀ, ਮੁਰਝਾਈ ਰਹਿੰਦੀ ਹੈ। ਠੰਡ ਕਰਕੇ ਜਿਹੜੇ ਆ ਪੰਛੀ ਆਲ੍ਹਣਿਆਂ ਵਿੱਚ ਵੜੇ ਰਹਿੰਦੇ ਆ, ਕੁਦਰਤ ਮੁਰਝਾਈ ਰਹਿੰਦੀ ਆ, ਔਰ ਜਿਹੜਾ ਮਨੁੱਖ ਆ ਉਹ ਸਰਦੀ ਦੇ ਵਿੱਚ ਕੁੰਗੜਦਾ ਰਹਿੰਦਾ ਹੈ ਠੰਡ ਦੇ ਵਿੱਚ। ਕਹਿ ਲਓ ਕਿ ਸਰੀਰ ਜਿਹੜਾ ਆ ਮਨੁੱਖ ਦਾ ਖੁੱਲ੍ਹਦਾ ਨਹੀਂ। ਪਰ ਜਿਸ ਤਰ੍ਹਾਂ ਹੀ ਬਹਾਰ ਦੀ ਰੁੱਤ ਆਉਂਦੀ ਹੈ ਨਾ, ਕੁਦਰਤ ਆਪਣਾ ਰੂਪ ਬਦਲਣਾ ਸ਼ੁਰੂ ਕਰਦੀ ਹੈ, ਤਾਂ ਉਦੋਂ ਮਨੁੱਖ ਦੇ ਮਨ ਦੇ ਵਿੱਚ ਜਿਹੜੀ ਹੈ ਉਹ ਖੁਸ਼ੀ ਆਉਣੀ ਸ਼ੁਰੂ ਹੋ ਜਾਂਦੀ ਆ, ਮੌਸਮ ਬਦਲਦਾ ਆ ਔਰ ਮਨੁੱਖ ਦਾ ਮਨ ਖੁਸ਼ ਹੋ ਜਾਂਦਾ ਆ। ਪੁਨਰ ਸੁਰਜੀਤੀ ਹੁੰਦੀ ਆ, ਭਾਵ ਕਿ ਰੁੱਖਾਂ ਦੀ ਜਿਹੜੀ ਆ ਮੁੜ ਤੋਂ ਜਿਉਣਾ ਸ਼ੁਰੂ ਹੋ ਜਾਂਦਾ। ਕਹਿ ਲਓ ਕਿ ਇੱਕ ਤਰ੍ਹਾਂ ਸਰਦੀ ਵਿੱਚ ਜਿਹੜੇ ਰੁੱਖ ਆ ਉਹ ਅੱਧੇ ਮੁਰਝਾ ਜਾਂਦੇ ਆ, ਇੱਕ ਤਰ੍ਹਾਂ ਉਹਨਾਂ ਦੇ ਵਿੱਚ ਜੀ ਜਾਨ ਜਿਹੜੀ ਆ ਖਤਮ ਹੋ ਜਾਂਦੀ ਆ। ਪਰ ਜਿੱਦਾਂ ਹੀ ਰੁੱਤ ਬਦਲਦੀ ਹੈ ਉਹ ਰੁੱਖ ਦੁਬਾਰਾ ਤੋਂ ਪੁਨਰ ਸੁਰਜੀਤ ਮਤਲਬ ਦੁਬਾਰਾ ਤੋਂ ਜਿਉਂਦਾ ਹੋ ਜਾਂਦੇ, ਦੁਬਾਰਾ ਤੋਂ ਹਰੇ ਭਰੇ ਹੋ ਜਾਂਦੇ ਆ। ਕੋਮਲ ਕਰੁੰਬਲਾਂ ਦੀਆਂ ਨਰਮ ਜਿਹੜੀਆਂ ਪੱਤੀਆਂ, ਪਪੀਸੀਆਂ ਵੀ ਜਿਹੜੇ ਆ ਉਹ ਪੱਤੀਆਂ ਨੂੰ ਹੀ ਕਹਿੰਦੇ ਆ। ਕੂਲੇ ਪੱਤਰ, ਕੂਲੇ ਮਤਲਬ ਨਰਮ ਪੱਤੇ। ਲੁਗਰੀਆਂ ਦੀਆਂ ਤਾਜ਼ੀਆਂ ਟਹਿਣੀਆਂ ਮੌਲਦੀਆਂ ਹਨ, ਮਤਲਬ ਉੱਗਦੀਆਂ ਹਨ। ਨਵੇਂ ਪੱਤੇ ਤੇ ਨਵੀਆਂ ਟਹਿਣੀਆਂ ਜਿਹੜੀਆਂ ਆ ਰੁੱਖਾਂ ਦੇ ਉੱਪਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ। ਕੁਦਰਤ ਦੇ ਦਰਸ਼ਨ ਕਰਕੇ ਸਾਡੇ ਅੰਦਰ ਚਾਨਣ ਹੁੰਦਾ ਹੈ। ਕਹਿੰਦੇ ਕਿ ਉਸ ਸਮੇਂ ਸਾਨੂੰ ਪਤਾ ਲੱਗਦਾ ਆ, ਮਨੁੱਖ ਨੂੰ ਪਤਾ ਲੱਗਦਾ ਆ ਕਿ ਅਸਲ ਮਾਇਨੇ ਦੇ ਵਿੱਚ ਜਿਹੜੀ ਕੁਦਰਤ ਆ ਉਹ ਕਿੰਨੀ ਸੋਹਣੀ ਕਾਇਨਾਤ ਜਿਹੜੀ ਆ ਉਹ ਰੱਬ ਨੇ ਬਣਾਈ ਹੈ। ਸੁਗੰਧੜੀ ਪੌਣ ਸਾਹਾਂ 'ਚ ਘੁਲਦੀ, ਸੁਗੰਧੜੀ ਕਹਿੰਦੇ ਆ ਖੁਸ਼ਬੂ ਨੂੰ, ਪੌਣ ਕਹਿੰਦੇ ਆ ਹਵਾ ਨੂੰ। ਹੁਣ ਜਦੋਂ ਨਵੇਂ ਪੱਤੇ, ਨਵੇਂ ਫੁੱਲ, ਨਵੀਆਂ ਟਹਿਣੀਆਂ ਖਿੜਦੀਆਂ ਨਾ, ਤਾਂ ਉਹਨਾਂ ਸਾਰਿਆਂ ਦੀ ਜਿਹੜੀ ਖੁਸ਼ਬੂ ਹੈ ਉਹ ਕਾਹਦੇ ਵਿੱਚ ਘੁਲ ਜਾਂਦੀ ਹੈ? ਹਵਾ ਦੇ ਵਿੱਚ ਘੁਲ ਜਾਂਦੀ ਹੈ। ਔਰ ਉਹ ਜਿਹੜੀ ਹਵਾ ਆ, ਜਿਹੜੀ ਕਿ ਖੁਸ਼ਬੂ ਭਰੀ ਹਵਾ ਆ, ਉਹ ਸਾਨੂੰ ਚੰਗੀ ਲੱਗਦੀ ਹੈ। ਬਾਹਰਲਾ ਦ੍ਰਿਸ਼ ਨਵਾਂ ਤੇ ਪਿਆਰਾ ਜਾਪਣ ਲੱਗਦਾ ਹੈ। ਸੋ ਕੁਦਰਤ ਦਾ ਜਿਹੜਾ ਇਹ ਨਵਾਂ ਦ੍ਰਿਸ਼ ਅਸੀਂ ਵੇਖਦੇ ਹਾਂ ਉਹ ਸਾਨੂੰ ਕੀ ਲੱਗਦਾ ਹੈ? ਬਿਲਕੁਲ ਨਵਾਂ ਔਰ ਬਹੁਤ ਹੀ ਪਿਆਰਾ ਤੇ ਸੋਹਣਾ। ਇਸ ਖੂਬਸੂਰਤੀ ਨੂੰ ਭਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਹਨ। ਕਹਿੰਦੇ ਕਿ ਇਹ ਜਿਹੜਾ ਕੁਦਰਤ ਦਾ ਨਜ਼ਾਰਾ ਆ, ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਹੀ ਪੜ੍ਹਿਆ ਸੀ ਕਿ ਇਹਨੂੰ ਜਿਹੜਾ ਆ ਉਹ ਸਿਰਫ ਲੇਖਕਾਂ ਨੇ ਨਹੀਂ ਸਗੋਂ ਗੁਰਬਾਣੀ ਦੇ ਵਿੱਚ ਵੀ ਬਿਆਨ ਕੀਤਾ ਗਿਆ ਆ। ਸੋ ਇਸ ਦ੍ਰਿਸ਼ ਦਾ ਜ਼ਿਕਰ ਜਿਹੜਾ ਆ ਗੁਰਬਾਣੀ ਦੇ ਵਿੱਚ ਵੀ ਬਿਆਨ ਕੀਤਾ ਗਿਆ ਆ, ਔਰ ਇਹਦੀ ਸਭ ਤੋਂ ਮਹਿਮਾ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਨੇ ਗਾਈ ਹੈ। ਯੈਸ ਸਟੂਡੈਂਟਸ, ਜਿਹੜਾ ਚੈਪਟਰ ਆ ਥੋੜੀ ਜਿਹੀ ਇਹਦੀ ਵਰਡਿੰਗ ਔਖੀ ਹੈ। ਜਿੰਨਾ ਮੈਂ ਸਮਝਾਇਆ ਇਹਨੂੰ ਅੱਛੀ ਤਰ੍ਹਾਂ ਇੱਕ ਵਾਰੀ ਖੁਦ ਵੀ ਪੜ੍ਹ ਕੇ ਦੇਖਿਓ, ਔਰ ਜੇ ਕਿਸੇ ਨੂੰ ਵੀ ਕੋਈ ਡਾਊਟ ਹੋਏ ਤਾਂ ਦੱਸਿਓ। ਔਰ ਨੈਕਸਟ ਜਿਹੜਾ ਆ ਪੇਜ ਨੰਬਰ 56 ਆਪਾਂ ਨੈਕਸਟ ਜਿਹੜੀ ਆ ਉਹ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ। ਓਕੇ।